तेरे हजूर यीशु जी मैं आया, तेरे हजूर यीशु जी मैं आया। आनंद शांति पाने नू, खाली दिल नू मैं हाले आया, खाली दिल नू मैं हाले आया। पाकरू दी बरकत पाने नू, तेरे हजूर यीशु जी मैं आया, तेरे हजूर यीशु जी मैं आया। तूने अपने नाल तू तो दे मेरे चोले नू, तूने अपने नाल तू तो दे मेरे चोले नू। मैनू पवित्र करने वाला मेरा मालिक तू, मैनू पवित्र करने वाला मेरा मालिक तू। तू है मैं हर बार हालेलुया, तेरे हजूर यीशु जी मैं आया, तेरे हजूर यीशु जी मैं आया। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਪਾਕਮਾ ਕਲੀਸਿਆ ਸੰਤ ਬਰਤਲੋਮੀਓ ਦਾ ਤਿਉਹਾਰ ਮਨਾਉਂਦੀ ਹੈ। ਸੰਤ ਬਰਤਲੋਮੀਓ ਦਾ ਦੂਸਰਾ ਨਾਮ ਨਥਾਨੀਏਲ ਵੀ ਹੈ। ਪ੍ਰਭੂ ਯਿਸੂ ਦੇ ਰਸੂਲ ਹੋਣ ਦੇ ਨਾਤੇ ਉਹਨਾਂ ਦੀ ਜਗ੍ਹਾ ਪ੍ਰਭੂ ਦੇ ਚੇਲਿਆਂ ਦੇ ਵਿੱਚ ਇੱਕ ਮਹੱਤਵਪੂਰਨ ਜਗ੍ਹਾ ਹੈ, ਮਹੱਤਵਪੂਰਨ ਸਥਾਨ ਹੈ। ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਅਲੱਗ-ਅਲੱਗ ਖਿੱਤੇ ਤੋਂ, ਅਲੱਗ-ਅਲੱਗ ਖੇਤਰ ਤੋਂ ਬੁਲਾਇਆ। ਪ੍ਰਭੂ ਯਿਸੂ ਦੀ ਆਪਣੀ ਚੋਣ ਸੀ ਪ੍ਰਭੂ ਦੇ ਚੇਲਿਆਂ ਦੇ ਲਈ। ਔਰ ਪ੍ਰਭੂ ਯਿਸੂ ਮਸੀਹ ਨੇ ਆਪਣੀ ਯੋਜਨਾ ਅਨੁਸਾਰ ਕਿਸ ਪ੍ਰਕਾਰ ਜੋ ਉਸ ਨੂੰ ਚੰਗਾ ਲੱਗਾ, ਕਿਉਂਕਿ ਪ੍ਰਭੂ ਯਿਸੂ ਉਹਨਾਂ ਦੇ ਦਿਲਾਂ ਨੂੰ ਜਾਣਦਾ ਸੀ। ਪ੍ਰਭੂ ਯਿਸੂ ਮਸੀਹ ਨੇ ਕੁਛ ਆਪਣੇ ਚੇਲਿਆਂ ਨੂੰ ਮੱਛੀਆਂ ਫੜਨ ਦੇ ਕਿੱਤੇ ਤੋਂ ਬੁਲਾਇਆ, ਕੁਛ ਨੂੰ ਪ੍ਰਭੂ ਨੇ ਟੈਕਸ ਲੈਣ ਵਾਲੇ ਕਿੱਤੇ ਤੋਂ ਬੁਲਾਇਆ ਅਤੇ ਕੁਛ ਨੂੰ ਪ੍ਰਭੂ ਨੇ ਹੋਰ ਕਿੱਤੇ ਤੋਂ ਬੁਲਾਇਆ। ਪ੍ਰਭੂ ਯਿਸੂ ਮਸੀਹ ਨੇ ਇਹਨਾਂ ਸਾਰਿਆਂ ਨੂੰ ਖਾਸ ਮਕਸਦ ਦੇ ਲਈ ਬੁਲਾ ਕੇ ਉਹਨਾਂ ਨੂੰ ਤਿਆਰ ਕਰਨਾ ਸੀ, ਤਾਂ ਕਿ ਪ੍ਰਭੂ ਯਿਸੂ ਦੇ ਸੁਰਗ ਰਾਜ ਦਾ ਪ੍ਰਚਾਰ ਕਰਨ ਦੇ ਲਈ ਇਹ ਕਾਬਿਲ ਹੋ ਸਕਣ। ਜਿਨ੍ਹਾਂ ਦੇ ਦਿਲ ਵਿੱਚ ਖੁਦਾ ਦੇ ਲਈ ਪਿਆਰ ਸੀ, ਪ੍ਰਭੂ ਦੇ ਵਚਨ ਦੇ ਲਈ ਜਗ੍ਹਾ ਸੀ। ਇਸ ਕਰਕੇ ਇਹਨਾਂ ਨੇ ਪ੍ਰਭੂ ਯਿਸੂ ਨੂੰ ਪਹਿਚਾਣ ਲਿਆ ਕਿ ਪ੍ਰਭੂ ਯਿਸੂ ਸੱਚਮੁੱਚ ਖੁਦਾ ਦਾ ਬੇਟਾ ਹੈ। ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸੂ ਨੂੰ ਪਹਿਚਾਨਣ ਤੋਂ ਅਸਮਰਥ ਰਹੇ, ਪ੍ਰਭੂ ਯਿਸੂ ਮਸੀਹ ਨੂੰ ਪਹਿਚਾਨਣ ਤੋਂ ਇਨਕਾਰ ਕੀਤਾ, ਉਸ ਨੂੰ ਮੰਨਣ ਤੋਂ ਇਨਕਾਰ ਕੀਤਾ। ਲੇਕਿਨ ਚੇਲਿਆਂ ਨੇ ਜਿਉਂ ਪ੍ਰਭੂ ਯਿਸੂ ਦੇ ਦਰਸ਼ਨ ਕੀਤੇ, ਜਿਉਂ ਪ੍ਰਭੂ ਯਿਸੂ ਮਸੀਹ ਨੂੰ ਅਨੁਭਵ ਕੀਤਾ, ਤੋਂ ਹੀ ਉਹਨਾਂ ਨੇ ਪ੍ਰਭੂ ਯਿਸੂ ਨੂੰ ਅਪਣਾ ਲਿਆ ਗੁਰੂ ਦੇ ਰੂਪ ਵਿੱਚ, ਮੁਕਤੀ ਦਾਤੇ ਦੇ ਰੂਪ ਵਿੱਚ। ਚਾਹੇ ਪ੍ਰਭੂ ਦੇ ਚੇਲਿਆਂ ਨੇ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਪ੍ਰਭੂ ਨੇ ਸਿਖਾਇਆ ਔਰ ਹੌਲੀ ਹੌਲੀ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੀ ਸਮਝ ਆਈ, ਲੇਕਿਨ ਉਹਨਾਂ ਦੇ ਦਿਲ ਖੁੱਲ੍ਹੇ ਸਨ ਪ੍ਰਭੂ ਦੇ ਲਈ, ਖੁਦਾ ਦੀ ਬਾਣੀ ਦੇ ਲਈ, ਖੁਦਾ ਦੇ ਵਚਨ ਦੇ ਲਈ ਖੁੱਲ੍ਹੇ ਸਨ। ਅੱਜ ਜਦੋਂ ਅਸੀਂ ਸੰਤ ਬਰਤਲੋਮੀਓ ਦਾ ਤਿਉਹਾਰ ਮਨਾਉਂਦੇ ਹਾਂ ਤਾਂ ਅਸੀਂ ਸੰਤ ਬਰਤਲੋਮੀਓ ਦੀ ਖਾਸ ਸਿਫਾਰਿਸ਼ ਦੇ ਲਈ ਪ੍ਰਾਰਥਨਾ ਕਰੀਏ ਕਿ ਖੁਦਾ ਇਸ ਪ੍ਰਭੂ ਦੇ ਚੇਲੇ ਦੇ ਦੁਆਰਾ, ਉਸ ਰਸੂਲ ਦੇ ਦੁਆਰਾ ਸਾਨੂੰ ਵੀ ਪ੍ਰਭੂ ਦੇ ਸੁਰਗਰਾਜ ਦੇ ਅੰਗੂਰੀ ਬਾਗ ਦੇ ਵਿੱਚ ਸਾਨੂੰ ਵੀ ਪ੍ਰਭੂ ਮਿਹਨਤ ਕਰਨੀ ਸਿਖਾਵੇ। ਪ੍ਰਭੂ ਸਾਡੇ ਦਿਲਾਂ ਨੂੰ ਖੋਲ੍ਹੇ ਤਾਂ ਕਿ ਅਸੀਂ ਨਹੀਂ ਸਗੋਂ ਪ੍ਰਭੂ ਦੀ ਮਰਜ਼ੀ ਸਾਡੇ ਜੀਵਨ ਵਿੱਚ ਪੂਰੀ ਹੋਵੇ, ਪ੍ਰਭੂ ਦਾ ਵਚਨ ਸਾਡੇ ਜੀਵਨ ਵਿੱਚ ਪੂਰਾ ਹੋਵੇ। ਅਸੀਂ ਨਹੀਂ ਸਗੋਂ ਪ੍ਰਭੂ ਆਪ ਸਾਡੇ ਦੁਆਰਾ ਕੰਮ ਕਰੇ। ਆਓ ਅਸੀਂ ਇਸ ਕਰਕੇ ਅੱਜ ਦੇ ਦਿਨ ਪ੍ਰਭੂ ਦੇ ਹੱਥਾਂ ਵਿੱਚ ਸੌਂਪ ਦਈਏ। ਅੱਜ ਦੇ ਮਹਾਨ ਤਿਉਹਾਰ ਨੂੰ ਮਨਾਉਂਦੇ ਹੋਏ ਸੰਤ ਬਰਤਲੋਮੀਓ ਦੀ ਸਿਫਾਰਿਸ਼ ਮੰਗਦੇ ਹੋਏ ਪ੍ਰਾਰਥਨਾ ਕਰੀਏ ਕਿ ਜਿਸ ਪ੍ਰਕਾਰ ਉਹਨਾਂ ਨੂੰ ਪ੍ਰਭੂ ਨੇ ਸੱਚਾਈ ਦੇ ਦਰਸ਼ਨ ਕਰਵਾਏ, ਖੁਦਾ ਦੇ ਦਰਸ਼ਨ ਕਰਵਾਏ, ਉਸ ਪ੍ਰਕਾਰ ਪ੍ਰਭੂ ਸਾਨੂੰ ਵੀ ਸੱਚਾਈ ਦੇ ਦਰਸ਼ਨ ਕਰਵਾਏ। ਅਸੀਂ ਵੀ ਸੱਚਾਈ ਨੂੰ ਜਾਣ ਸਕੀਏ ਅਤੇ ਸੱਚਾਈ ਨੂੰ ਲੋਕਾਂ ਤੱਕ ਪਹੁੰਚਾ ਸਕੀਏ, ਪ੍ਰਭੂ ਦੇ ਰਾਹ, ਜੀਵਨ ਅਤੇ ਸੱਚਾਈ ਨੂੰ।
ਆਓ ਅਸੀਂ ਅੱਜ ਇਸ ਪਵਿੱਤਰ ਕੁਰਬਾਨੀ ਨੂੰ ਚੜਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਅੱਜ ਦੀ ਪਵਿੱਤਰ ਅੰਜੀਲ ਨੂੰ, ਪ੍ਰਭੂ ਦੇ ਵਚਨ ਨੂੰ ਜਾਣਨ ਦੇ ਲਈ ਤਿਆਰ ਕਰੀਏ। ਆਪਣੇ ਸਾਰੇ ਗੁਨਾਹ ਗਲਤੀਆਂ ਦੇ ਲਈ ਸੱਚੇ ਦਿਲੋਂ ਪਛਤਾਵੇ ਭਰੇ ਦਿਲ ਨਾਲ ਮਾਫੀ ਅਤੇ ਮਦਦ ਮੰਗੀਏ, ਤਾਂ ਕਿ ਪ੍ਰਭੂ ਦੇ ਅੱਜ ਦੇ ਇਸ ਮਹਾਨ ਤਿਉਹਾਰ ਨੂੰ ਸ਼ਰਧਾ ਭਗਤੀ ਦੇ ਨਾਲ ਮਨਾ ਸਕੀਏ। ਔਰ ਅਸੀਂ ਪ੍ਰਾਰਥਨਾ ਵਿੱਚ ਰੱਖੀਏ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਸਾਡੀ ਪ੍ਰਾਰਥਨਾ ਦੀ ਮੰਗ ਕੀਤੀ ਹੈ, ਜੋ ਆਪਣੇ ਘਰਾਂ ਪਰਿਵਾਰਾਂ ਵਿੱਚ ਦੁਖੀ ਲਾਚਾਰ ਹਨ, ਜੋ ਪ੍ਰਭੂ ਦੇ ਸੁਰਗ ਦੇ ਰਾਜ ਤੋਂ ਦੂਰ ਹਨ, ਜਿਨ੍ਹਾਂ ਨੂੰ ਅਜੇ ਵੀ ਪ੍ਰਭੂ ਦੇ ਮੁਕਤੀਦਾਤੇ ਦੇ ਦਰਸ਼ਨ ਨਹੀਂ ਹੋਏ ਹਨ, ਕਿ ਉਹ ਵੀ ਪ੍ਰਭੂ ਨੂੰ ਜਾਣ ਸਕਣ, ਪ੍ਰਭੂ ਦੇ ਮੁਕਤੀਦਾਤੇ ਦੇ ਦਰਸ਼ਨ ਕਰ ਸਕਣ ਔਰ ਪ੍ਰਭੂ ਦੇ ਰਾਜ ਵਿੱਚ ਆ ਸਕਣ। ਆਓ ਅਸੀਂ ਆਪਣੇ ਸਾਰੇ ਗੁਨਾਹ ਤੋਂ ਪਛਤਾਉਂਦੇ ਹੋਏ ਇਸ ਪਾਕ ਮਹਾਂ ਦੀ ਕੁਰਬਾਨੀ ਵਿੱਚ ਸ਼ਰਧਾ ਭਗਤੀ ਨਾਲ ਹਿੱਸਾ ਲੈਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁੱਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਸੁਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ, ਧਰਤੀ ਉਤੇ ਨੇਕ ਨੀਅਤ ਲੋਕਾਂ ਦੇ ਵਿੱਚ ਸ਼ਾਂਤੀ। ਸੁਰਗ ਦੇ ਵਿੱਚ ਵਡਿਆਈ ਗੁਣ ਅਸੀਂ ਤੇਰੇ ਗਾਉਂਦੇ ਹਾਂ ਤੇ ਧੰਨ ਧੰਨ ਤੈਨੂੰ ਕਹਿੰਦੇ ਹਾਂ, ਕਰਦੇ ਹਾਂ ਆਰਾਧਨਾ ਤੇ ਮਹਿਮਾ ਤੇਰੀ ਗਾਉਂਦੇ ਹਾਂ। ਤੇਰੀ ਵੱਡੀ ਸ਼ਾਨ ਦੇ ਕਾਰਨ ਸ਼ੁਕਰ ਤੇਰਾ ਅਸੀਂ ਕਰਦੇ ਹਾਂ। ਸਵਰਗ ਦੇ ਪਾਤਸ਼ਾਹ ਖੁਦਾ, ਬਾਪ ਕੁਦਰਤ ਵਾਲੇ ਖੁਦਾ, ਸਵਰਗ ਦੇ ਵਿੱਚ ਵਡਿਆਈ। ਯਿਸੂ ਮਸੀਹ ਇਕਲੌਤੇ ਬੇਟੇ, ਬਾਪ ਦੇ ਬੇਟੇ ਪ੍ਰਭੂ ਖੁਦਾ, ਬਾਪ ਦਾ ਬੇਟਾ ਦੁਨੀਆ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ। ਮਿੰਨਤਾਂ ਸੁਣ ਲੈ ਸਾਡੀਆਂ, ਤੂੰ ਬਾਪ ਦੇ ਸਾਜੇ ਬੈਠਾ ਹੈ। ਦਇਆ ਤੂੰ ਕਰ ਹੁਣ ਸਾਡੇ ਉਤੇ, ਤੂੰ ਹੀ ਸੁਰਗੁਣ ਹੈ ਖੁਦਾ। ਸਵਰਗ ਦੇ ਵਿੱਚ ਵਡਿਆਈ ਤੂੰ ਹੀ ਇਕੱਲਾ ਪਰਮੇਸ਼ਵਰ ਹੈ, ਪਰਮ ਉੱਚਾ ਹੈ ਐ ਖੁਦਾ। ਐ ਮਸੀਹਾ ਸ਼ਾਨ ਵਿੱਚ ਤੂੰ ਬਾਪ ਤੇ ਰੂਪਾਂਗਨਾ। ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ, ਧਰਤੀ ਉਤੇ ਨੇਕ ਨੀਅਤ ਲੋਕਾਂ ਦੇ ਵਿੱਚ ਸ਼ਾਂਤੀ। ਸਵਰਗ ਦੇ ਵਿੱਚ ਵਡਿਆਈ ਆਮੀਨ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ,
ਸਾਨੂੰ ਈਮਾਨ ਵਿੱਚ ਮਜ਼ਬੂਤ ਕਰ, ਤਾਂ ਜੋ ਅਸੀਂ ਰਸੂਲ ਸੰਤ ਬਰਤਲੋਮੀਓ ਦੇ ਸਰਗਰਮ ਜੋਸ਼ ਨਾਲ ਯਿਸੂ ਮਸੀਹ ਤੇਰੇ ਬੇਟੇ ਦੇ ਨਾਲ ਜੁੜੇ ਰਹੀਏ। ਬਖਸ਼ ਦੇ ਕਿ ਉਸ ਦੀ ਸਿਫਾਰਿਸ਼ ਨਾਲ ਤੇਰੀ ਕਲੀਸਿਆ ਸਾਰੀਆਂ ਕੌਮਾਂ ਲਈ ਨਜਾਤ ਦਾ ਸਾਕਰਾਮੈਂਟ ਬਣ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ। ਪ੍ਰਕਾਸ਼ ਦੀ ਪੋਥੀ। ਤਦ ਉਹਨਾਂ 7 ਸਵਰਗਦੂਤਾਂ ਵਿੱਚੋਂ ਇੱਕ, ਜਿਨ੍ਹਾਂ ਕੋਲ ਆਖਰੀ 7 ਬਿਪਤਾਵਾਂ ਦੇ ਕਟੋਰੇ ਸਨ, ਮੇਰੇ ਕੋਲ ਆਇਆ ਅਤੇ ਬੋਲਿਆ, ਆ ਮੈਂ ਤੈਨੂੰ ਦੁਲਹਨ ਅਰਥਾਤ ਮੇਮਨੇ ਦੀ ਪਤਨੀ ਦਿਖਾਵਾਂਗਾ। ਉਹ ਮੈਨੂੰ ਆਤਮਾ ਦੀ ਲੀਨਤਾ ਵਿੱਚ ਹੀ ਇੱਕ ਵੱਡੇ ਤੇ ਉੱਚੇ ਪਹਾੜ ਲੈ ਗਿਆ ਅਤੇ ਮੈਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਨੂੰ ਸਵਰਗ ਤੋਂ ਪਰਮੇਸ਼ਵਰ ਕੋਲੋਂ ਉਤਰੇ ਦਿਖਾਇਆ। ਉਹ ਪਰਮੇਸ਼ਵਰ ਦੇ ਤੇਜ ਨਾਲ ਸਜੀ ਹੋਈ ਸੀ। ਉਸ ਦੀ ਚਮਕ ਕੀਮਤੀ ਪੱਥਰਾਂ ਵਰਗੀ ਅਰਥਾਤ ਪੁਖਰਾਜ ਵਰਗੀ ਸੀ। ਉਸ ਦੇ ਚਾਰੇ ਪਾਸੇ ਇੱਕ ਵੱਡੀ ਤੇ ਉੱਚੀ ਦੀਵਾਰ ਸੀ, ਜਿਸ ਦੇ ਵਿੱਚ 12 ਦਰਵਾਜ਼ੇ ਸਨ। ਹਰ ਦਰਵਾਜ਼ੇ ਤੇ ਇਸਰਾਏਲ ਦੇ ਪੁੱਤਰਾਂ ਦੇ 12 ਕਬੀਲਿਆਂ ਦੇ ਨਾਂ ਉਕਰੇ ਹੋਏ ਸਨ ਅਤੇ ਉਹਨਾਂ ਵਿੱਚੋਂ ਹਰ ਇੱਕ ਤੇ ਇੱਕ ਸਵਰਗਦੂਤ ਖੜਾ ਸੀ। ਉਸ ਦੇ 3 ਦਰਵਾਜ਼ੇ ਪੂਰਬ ਵੱਲ, 3 ਦੱਖਣ ਵੱਲ, 3 ਉੱਤਰ ਵੱਲ ਅਤੇ 3 ਪੱਛਮ ਵੱਲ ਸਨ। ਉਸ ਦੀ ਦੀਵਾਰ ਦੇ 12 ਨੀਂਹ ਪੱਥਰ ਸਨ, ਜਿਨ੍ਹਾਂ ਉੱਤੇ ਮੇਮਨੇ ਦੇ 12 ਪ੍ਰਮੁੱਖ ਚੇਲਿਆਂ ਦੇ ਨਾਂ ਲਿਖੇ ਹੋਏ ਸਨ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। या रब तू मेरी पाना है, तू है मेरी जान। या रब तू मेरी पाना है, तू है मेरी जान। खुदावंद दे विच रहती है, तेरा है राजाओं का राजा यीशु हालेलुया, प्रभुओं का प्रभु यीशु हालेलुया। राजाओं का राजा यीशु हालेलुया, प्रभुओं का प्रभु यीशु हालेलुया। शांति देने वाला यीशु हालेलुया, शांति देने वाला यीशु हालेलुया, चंगा करने वाला यीशु हालेलुया। चंगा करने वाला यीशु हालेलुया। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯਹੋਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਫਿਲਿਪ ਨਥਾਨੀਏਲ ਨੂੰ ਮਿਲਿਆ ਅਤੇ ਉਸ ਨੂੰ ਕਿਹਾ, ਸਾਨੂੰ ਉਹ ਮਿਲ ਗਿਆ ਹੈ ਜਿਸ ਦੇ ਬਾਰੇ ਮੂਸਾ ਨੇ ਤੋਰੇਤ ਵਿੱਚ ਅਤੇ ਨਬੀਆਂ ਨੇ ਵੀ ਲਿਖਿਆ ਹੈ, ਅਰਥਾਤ ਨਾਸਰਤ ਦਾ ਯਿਸੂ, ਯੂਸਫ ਦਾ ਪੁੱਤਰ। ਨਥਾਨੀਏਲ ਨੇ ਉਸ ਨੂੰ ਕਿਹਾ, ਕੀ ਨਾਸਰਤ ਵਿੱਚੋਂ ਕੋਈ ਚੰਗੀ ਵਸਤੂ ਨਿਕਲ ਸਕਦੀ ਹੈ?
ਫਿਲਿਪ ਨੇ ਉਸ ਨੂੰ ਕਿਹਾ, ਆਓ ਅਤੇ ਵੇਖ ਲਵੋ। ਯਿਸੂ ਨੇ ਨਥਾਨੀਏਲ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਅਤੇ ਉਸ ਦੇ ਬਾਰੇ ਕਿਹਾ, ਵੇਖੋ ਇੱਕ ਸੱਚਾ ਇਸਰਾਏਲੀ ਜਿਸ ਵਿੱਚ ਕੋਈ ਖੋਟ ਨਹੀਂ ਹੈ। ਨਥਾਨੀਏਲ ਨੇ ਉਸ ਨੂੰ ਕਿਹਾ, ਤੁਸੀਂ ਮੈਨੂੰ ਕਿਵੇਂ ਜਾਣਦੇ ਹੋ? ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਫਿਲਿਪ ਦੇ ਤੁਹਾਨੂੰ ਸੱਦਣ ਤੋਂ ਪਹਿਲਾਂ ਜਦੋਂ ਤੁਸੀਂ ਅੰਜੀਰ ਦੇ ਰੁੱਖ ਥੱਲੇ ਸੀ, ਮੈਂ ਤੁਹਾਨੂੰ ਵੇਖਿਆ। ਨਥਾਨੀਏਲ ਨੇ ਉਸ ਨੂੰ ਉੱਤਰ ਦਿੱਤਾ, ਰੱਬੀ, ਤੁਸੀਂ ਖੁਦਾ ਦੇ ਪੁੱਤਰ ਹੋ, ਤੁਸੀਂ ਇਜ਼ਰਾਈਲ ਦੇ ਪਾਤਸ਼ਾਹ ਹੋ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਕਿ ਤੁਸੀਂ ਇਸ ਲਈ ਮੰਨ ਲਿਆ ਹੈ ਕਿਉਂ ਜੋ ਮੈਂ ਤੁਹਾਨੂੰ ਕਿਹਾ, ਤੁਹਾਨੂੰ ਮੈਂ ਅੰਜੀਰ ਦੇ ਰੁੱਖ ਥੱਲੇ ਵੇਖਿਆ, ਤੁਸੀਂ ਇਸ ਤੋਂ ਵੀ ਵੱਡੇ ਵੱਡੇ ਕੰਮ ਵੇਖੋਗੇ। ਫਿਰ ਉਸ ਨੇ ਕਿਹਾ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਤੁਸੀਂ ਸੁਰਗਾਂ ਨੂੰ ਖੁੱਲ੍ਹਿਆ ਹੋਇਆ ਅਤੇ ਖੁਦਾ ਦੇ ਫਰਿਸ਼ਤਿਆਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜ੍ਹਦੇ ਉਤਰਦੇ ਵੇਖੋਗੇ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਅੰਜੀਲ ਦੇ ਪਵਿੱਤਰ ਸ਼ਬਦ ਸਾਡੇ ਪਾਪਾਂ ਨੂੰ ਮਿਟਾ ਦੇਣ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦੀ ਪਵਿੱਤਰ ਅੰਜੀਲ ਸਾਡੇ ਸਾਹਮਣੇ ਬਹੁਤ ਗਹਿਰਾ ਸੰਦੇਸ਼ ਰੱਖਦੀ ਹੈ। ਬਰਤਲੋਮੀਓ ਦੇ ਤਿਉਹਾਰ ਦੇ ਮੌਕੇ 'ਤੇ ਉਸ ਘਟਨਾ ਨੂੰ ਸਾਡੇ ਅੱਗੇ ਪੇਸ਼ ਕੀਤਾ ਗਿਆ ਹੈ, ਜਿਸ ਘਟਨਾ ਦੇ ਵਿੱਚ ਇਸ ਰਸੂਲ ਬਰਤਲੋਮੀਓ ਦੀ ਪ੍ਰਭੂ ਯਿਸੂ ਦੇ ਨਾਲ ਭੇਂਟ ਹੋਈ ਔਰ ਬੜੇ ਅਜੀਬ ਤਰੀਕੇ ਦੇ ਵਿੱਚ ਨਥਾਨੀਏਲ ਨੇ ਪ੍ਰਭੂ ਯਿਸੂ ਦੇ ਦਰਸ਼ਨ ਕੀਤੇ। ਪ੍ਰਭੂ ਯਿਸੂ ਨੂੰ ਖੁਦਾ ਦੇ ਬੇਟੇ ਦੇ ਰੂਪ ਵਿੱਚ ਦੇਖਿਆ। ਜਿਸ ਵਕਤ ਫਿਲਿਪ ਨੇ, ਜਿਸ ਨੇ ਪਹਿਲਾਂ ਹੀ ਪ੍ਰਭੂ ਯਿਸੂ ਨੂੰ ਜਾਣ ਲਿਆ ਸੀ ਕਿ ਪ੍ਰਭੂ ਯਿਸੂ ਖੁਦਾ ਦਾ ਬੇਟਾ ਹੈ, ਔਰ ਉਹਦੇ ਦਿਲ ਦੇ ਵਿੱਚ ਇਹ ਖੁਸ਼ੀ, ਇਹ ਉਮੰਗ ਉਮੜ ਰਹੀ ਸੀ, ਕਿਉਂਕਿ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਦੇ ਕੰਮ ਦੇ ਲਈ ਬੁਲਾਇਆ ਤਾਂ ਕਿ ਉਹ ਪ੍ਰਚਾਰ ਦੇ ਕੰਮ ਵਿੱਚ ਉਹਦੀ ਸਹਾਇਤਾ ਕਰਨ। ਅਤੇ ਫਿਲਿਪ ਨੇ ਉਸ ਕੰਮ ਨੂੰ ਪਹਿਲੇ ਤੋਂ ਹੀ ਅਪਣਾ ਲਿਆ ਸੀ। ਇਸ ਕਰਕੇ ਜਦੋਂ ਫਿਲਿਪ ਨੇ ਪ੍ਰਭੂ ਯਿਸੂ ਨੂੰ ਜਾਣ ਲਿਆ ਤੇ ਫਿਲਿਪ ਦੇ ਅੰਦਰ ਪ੍ਰਭੂ ਦੇ ਚੇਲੇ ਹੋਣ ਦਾ ਸਬੂਤ ਮਿਲਦਾ ਹੈ ਕਿ ਉਹ ਪ੍ਰਭੂ ਯਿਸੂ ਦੇ ਬਾਰੇ ਦੂਜਿਆਂ ਨੂੰ ਦੱਸਣਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਇੱਕ ਹੋਰ ਮਿੱਤਰ ਯਾਨੀ ਨਥਾਨੀਏਲ ਨੂੰ ਵੀ ਪ੍ਰਭੂ ਯਿਸੂ ਤੱਕ ਲੈ ਕੇ ਆਉਂਦਾ ਹੈ। ਪ੍ਰਭੂ ਯਿਸੂ ਦੇ ਨਾਲ ਇੰਟਰੋਡਿਊਸ ਕਰਾਉਂਦੇ, ਉਹਦੀ ਜਾਣ ਪਹਿਚਾਣ ਕਰਵਾਉਂਦਾ ਹੈ। ਤੇ ਜਦੋਂ ਫਿਲਿਪ ਨੇ ਨਥਾਨੀਏਲ ਨੂੰ ਪ੍ਰਭੂ ਯਿਸੂ ਦੇ ਬਾਰੇ ਦੱਸਿਆ ਕਿ ਅਸੀਂ ਨਾਸਰਤ ਦੇ ਯਿਸੂ, ਜਿਹਦੇ ਵਿੱਚ ਸਾਨੂੰ ਸੱਚਮੁੱਚ ਖੁਦਾ ਦਾ ਬੇਟਾ ਨਜ਼ਰ ਆਉਂਦਾ ਹੈ, ਪਰਮੇਸ਼ਰ ਦਾ ਪੁੱਤਰ ਨਜ਼ਰ ਆਉਂਦਾ ਹੈ, ਤਾਂ ਨਥਾਨੀਏਲ ਦੇ ਮਨ ਵਿੱਚ ਥੋੜ੍ਹਾ ਜਿਹਾ ਸ਼ੱਕ ਪੈਦਾ ਹੋਇਆ। ਕਿਉਂਕਿ ਦੱਸਿਆ ਜਾਂਦਾ ਹੈ ਕਿ ਨਥਾਨੀਏਲ ਬਰਤਲੋਮੀਓ ਕਹਿ ਲਈਏ ਦੂਜੇ ਸ਼ਬਦਾਂ ਵਿੱਚ, ਪ੍ਰਭੂ ਯਿਸੂ ਦੇ ਨਾਸਰਤ ਪਿੰਡ ਦੇ ਲਾਗੇ ਦੇ ਪਿੰਡ ਦਾ ਸੀ ਤੇ ਇਸ ਕਰਕੇ ਉਸ ਨੂੰ ਆਪਣੇ ਨਜ਼ਦੀਕ ਦੇ ਪਿੰਡ ਦਾ ਹੋਣ ਕਰਕੇ ਉਸ ਨੂੰ ਸ਼ੱਕ ਸੀ ਕਿ ਮੇਰੇ ਲਾਗੇ ਦੇ ਪਿੰਡ ਦੇ ਬਾਰੇ ਮੈਂ ਸਾਰੀ ਜਾਣਕਾਰੀ ਰੱਖਦਾ ਹਾਂ, ਮੈਨੂੰ ਪਤਾ ਹੈ ਕਿ ਨਾਸਰਤ ਕੋਈ ਬਹੁਤ ਮਹਾਨ ਸ਼ਹਿਰ ਨਹੀਂ ਹੈ, ਤੇ ਇਸ ਕਰਕੇ ਖੁਦਾ ਦਾ ਬੇਟਾ ਨਾਸਰਤ ਤੋਂ ਆਉਣਾ ਥੋੜ੍ਹੀ ਅਜੀਬ ਉਸ ਨੂੰ ਲੱਗਾ। ਤੇ ਇਸ ਕਰਕੇ ਕਹਿੰਦਾ ਹੈ ਕਿ ਕੀ ਕੋਈ ਨਾਸਰਤ ਤੋਂ ਵੀ ਚੰਗੀ ਚੀਜ਼ ਨਿਕਲ ਸਕਦੀ ਹੈ? ਤੇ ਫਿਲਿਪ ਕਹਿੰਦਾ ਹੈ, ਆਓ ਅਤੇ ਦੇਖੋ। ਮਤਲਬ ਪ੍ਰਭੂ ਯਿਸੂ ਦੇ ਕੋਲ ਆਓ ਅਤੇ ਉਹਦੇ ਦਰਸ਼ਨ ਕਰੋ, ਉਹਨੂੰ ਅਨੁਭਵ ਕਰੋ, ਤੇ ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ। ਤੇ ਜਿਉਂ ਹੀ ਨਥਾਨੀਏਲ ਪ੍ਰਭੂ ਯਿਸੂ ਦੇ ਕੋਲ ਆਇਆ ਤਾਂ ਪ੍ਰਭੂ ਯਿਸੂ ਨੇ ਆਉਂਦਿਆਂ ਹੀ ਨਥਾਨੀਏਲ ਨੂੰ ਕਿਹਾ, ਇਹ ਹੈ ਸੱਚਾ ਇਸਰਾਏਲੀ, ਕਿਉਂਕਿ ਉਹ ਆਪਣੇ ਧਰਮ ਦੀ ਸਹੀ ਤਰੀਕੇ ਨਾਲ ਪਾਲਣਾ ਕਰ ਰਿਹਾ ਸੀ, ਆਪਣੇ ਧਰਮ ਦੀਆਂ ਵਿਧੀਆਂ ਦੀ ਪਾਲਣਾ ਕਰ ਰਿਹਾ ਸੀ, ਵਚਨ ਦੇ ਅਨੁਸਾਰ ਜੋ ਪੁਰਾਣੇ ਵਿਧਾਨ ਦੇ ਵਿੱਚ ਸਿਖਾਇਆ ਗਿਆ ਸੀ ਉਹਦੇ ਅਨੁਸਾਰ ਰਹਿ ਰਿਹਾ ਸੀ।
ਇਸ ਕਰਕੇ ਪ੍ਰਭੂ ਯਿਸੂ ਨੇ ਵੀ ਉਹਦੇ ਸਾਰੇ ਦੇ ਸਾਰੇ ਨੂੰ ਪਹਿਲਾਂ ਹੀ ਅਪਣਾ ਲਿਆ ਸੀ। ਇਸ ਕਰਕੇ ਪ੍ਰਭੂ ਯਿਸੂ ਉਸ ਨੂੰ ਆਉਂਦਿਆਂ ਦਿਖਦਾ ਹੈ ਕਿ ਸੱਚਾ ਇਸਰਾਏਲੀ। ਤੇ ਨਥਾਨੀਏਲ ਪ੍ਰਭੂ ਯਿਸੂ ਦੇ ਅੱਗੇ ਇਹ ਸਵਾਲ ਰੱਖਦਾ ਹੈ ਕਿ ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ? ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ? ਕਿਉਂਕਿ ਇਹ ਪਹਿਲੀ ਮੁਲਾਕਾਤ ਹੈ ਪ੍ਰਭੂ ਯਿਸੂ ਦੇ ਚੇਲੇ ਦੀ, ਪਹਿਲੀ ਮੁਲਾਕਾਤ ਹੈ ਪ੍ਰਭੂ ਯਿਸੂ ਦੇ ਨਾਲ ਨਥਾਨੀਏਲ ਦੀ। ਤੇ ਨਥਾਨੀਏਲ ਸਵਾਲ ਜਵਾਬ ਕਰ ਰਿਹਾ ਪਹਿਲੀ ਮੁਲਾਕਾਤ ਵਿੱਚ, ਪ੍ਰਭੂ ਯਿਸੂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ, ਔਰ ਪ੍ਰਭੂ ਯਿਸੂ ਪਹਿਲਾਂ ਹੀ ਉਸ ਨੂੰ ਜਾਣ ਚੁੱਕਿਆ ਹੈ। ਤੇ ਪ੍ਰਭੂ ਯਿਸੂ ਕਹਿੰਦਾ ਹੈ, ਜਦੋਂ ਤੂੰ ਅੰਜੀਰ ਦੇ ਰੁੱਖ ਦੇ ਥੱਲੇ ਖੜਾ ਸੀ, ਮੈਂ ਤੈਨੂੰ ਉਸ ਵੇਲੇ ਹੀ ਦੇਖ ਲਿਆ ਸੀ, ਜਾਣ ਲਿਆ ਸੀ। ਜਦੋਂ ਸਾਡੇ ਜੀਵਨ ਵਿੱਚ ਕੋਈ ਘਟਨਾ ਹੁੰਦੀ ਹੈ, ਕੋਈ ਘਟਨਾ ਵਾਪਰਦੀ ਹੈ, ਤੇ ਖੁਦਾ ਦੀ ਨਜ਼ਰ ਤੋਂ ਬਾਹਰ ਕੁਛ ਨਹੀਂ ਹੁੰਦਾ। ਪ੍ਰਭੂ ਯਿਸੂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਨਥਾਨੀਏਲ ਨੂੰ ਬੁਲਾਉਣ ਵਾਲਾ ਹੈ। ਪ੍ਰਭੂ ਯਿਸੂ ਕਿਉਂਕਿ ਉਹ ਜਾਣੀ ਜਾਣ ਹੈ, ਇਹ ਉਸਨੇ ਹੀ ਫਿਲਿਪ ਦੇ ਮਨ ਵਿੱਚ ਖਿਆਲ ਪਾਏ ਕਿ ਇਹ ਬੰਦਾ ਹੈ ਜਿਹੜਾ ਅਗਲਾ ਉਹਨਾਂ ਦੇ ਚੇਲਿਆਂ ਦੇ ਵਿੱਚ ਰਹਿਣ ਵਾਲਾ ਹੈ, ਜਿਹੜਾ ਅਗਲਾ ਬੰਦਾ ਉਹਨਾਂ ਦੇ ਚੇਲਿਆਂ ਦੇ ਵਿੱਚ ਇੱਕ ਹੋਣ ਵਾਲਾ ਹੈ, ਆਪਣੀ ਹਾਜ਼ਰੀ ਭਰਨ ਵਾਲਾ ਹੈ। ਅੱਜ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ ਸੁਣਿਆ ਹੈ ਕਿ 12 ਕਬੀਲਿਆਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਸਨ। 12 ਕਬੀਲਿਆਂ, ਪ੍ਰਭੂ ਦੇ 12 ਚੇਲੇ ਕਿਉਂ ਸਨ? ਕਿਉਂਕਿ ਪ੍ਰਭੂ ਦੇ ਇਹਨਾਂ ਇਸਰਾਇਲ ਦੀਆਂ 12 ਕੁਲਾਂ ਨੂੰ ਸਾਡੇ ਸਾਹਮਣੇ ਰੱਖਣ ਵਾਲੇ ਸਨ। ਤੇ ਇਸ ਕਰਕੇ ਨਥਾਨੀਏਲ ਨੂੰ ਪ੍ਰਭੂ ਯਿਸੂ ਕਹਿੰਦੇ ਹਨ ਕਿ ਜਦੋਂ ਤੂੰ ਅਜੇ ਅੰਜੀਰ ਦੇ ਰੁੱਖ ਥੱਲੇ ਖੜਾ ਸੀ ਤਾਂ ਮੈਂ ਤੈਨੂੰ ਜਾਣ ਲਿਆ ਸੀ, ਮੈਂ ਤੈਨੂੰ ਦੇਖ ਲਿਆ ਸੀ, ਮੈਂ ਤੈਨੂੰ ਚੁਣ ਲਿਆ ਸੀ। ਤੇ ਇਸ ਕਰਕੇ ਨਥਾਨੀਏਲ ਨੇ ਉਸ ਨੂੰ ਉੱਤਰ ਦਿੱਤਾ ਕਿ ਤੁਸੀਂ ਸੱਚਮੁੱਚ ਪਰਮੇਸ਼ਰ ਦੇ ਪੁੱਤਰ ਹੋ, ਰੱਬੀ, ਤੁਸੀਂ ਖੁਦਾ ਦੇ ਪੁੱਤਰ ਹੋ, ਤੁਸੀਂ ਇਸਰਾਇਲ ਦੇ ਪਾਤਸ਼ਾਹ ਹੋ। ਦੇਖੋ ਕਿਸ ਪ੍ਰਕਾਰ ਨਥਾਨੀਏਲ ਦੇ ਦਿਲ ਨੂੰ ਵੀ ਪ੍ਰਭੂ ਯਿਸੂ ਨਾਲ ਦੀ ਨਾਲ ਖੁੱਲ੍ਹੀ ਜਾ ਰਿਹਾ ਹੈ, ਤਾਂ ਕਿ ਉਹ ਵੀ ਪ੍ਰਭੂ ਯਿਸੂ ਨੂੰ, ਜਿਸ ਨੂੰ ਇੱਕ ਆਮ ਮਨੁੱਖ ਦੇ ਰੂਪ ਵਿੱਚ ਦੇਖ ਰਹੇ ਹਨ, ਉਹਨਾਂ ਦੇ ਸਾਹਮਣੇ ਕੋਈ ਖੁਦਾ ਨਜ਼ਰ ਨਹੀਂ ਆ ਰਿਹਾ ਸੀ, ਕੇਵਲ ਮਨੁੱਖ ਨਜ਼ਰ ਆ ਰਿਹਾ ਸੀ, ਪ੍ਰਭੂ ਯਿਸੂ ਨਜ਼ਰ ਆ ਰਿਹਾ ਸੀ, ਇੱਕ ਇਨਸਾਨ ਨਜ਼ਰ ਆ ਰਿਹਾ ਸੀ। ਲੇਕਿਨ ਉਸ ਇਨਸਾਨ ਦੇ ਵਿੱਚ ਉਹ ਖੁਦਾ ਦੇਖ ਰਹੇ ਹਨ, ਕਿਉਂਕਿ ਪ੍ਰਭੂ ਯਿਸੂ ਆਪ ਉਹਨਾਂ ਦੇ ਦਿਲ ਨੂੰ ਖੋਲ੍ਹ ਰਿਹਾ ਸੀ। ਪ੍ਰਭੂ ਯਿਸੂ ਆਪ ਉਹਨਾਂ ਦੇ ਦਿਲ ਵਿੱਚ ਵਾਸ ਕਰ ਚੁੱਕਿਆ ਸੀ ਪਹਿਲਾਂ ਹੀ। ਇਸ ਕਰਕੇ ਪ੍ਰਭੂ ਯਿਸੂ ਨੇ ਇੱਕ ਹੋਰ ਭਵਿੱਖਬਾਣੀ ਕੀਤੀ ਉਹਦੇ ਜੀਵਨ ਵਾਸਤੇ। ਪ੍ਰਭੂ ਯਿਸੂ ਨੇ ਉੱਤਰ ਦਿੱਤਾ ਕਿ ਤੁਸੀਂ ਇਸ ਲਈ ਮੰਨ ਲਿਆ ਹੈ ਕਿਉਂਕਿ ਮੈਂ ਤੁਹਾਨੂੰ ਇਹ ਛੋਟੀ ਜਿਹੀ ਗੱਲ ਕਹੀ ਕਿ ਮੈਂ ਤੁਹਾਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਹੈ। ਪ੍ਰਭੂ ਯਿਸੂ ਉਸ ਨੂੰ ਕਹਿੰਦੇ ਹਨ ਕਿ ਤੂੰ ਇਸ ਤੋਂ ਵੀ ਵੱਡੇ ਵੱਡੇ ਦਰਸ਼ਨ ਦੇਖੇਂਗਾ, ਤੂੰ ਇਸ ਤੋਂ ਵੀ ਵੱਡੀਆਂ ਵੱਡੀਆਂ ਗੱਲਾਂ ਸੁਣੇਗਾ, ਇਸ ਤੋਂ ਵੱਡੇ ਵੱਡੇ ਗਿਆਨ ਤੂੰ ਜਾਣੇਗਾ, ਹਾਸਲ ਕਰੇਗਾ, ਇਸ ਤੋਂ ਵੱਡੀਆਂ ਵੱਡੀਆਂ ਵੀ ਤੂੰ ਗੱਲਾਂ ਨੂੰ ਦੇਖੇਂਗਾ। ਤੇ ਫਿਰ ਕਿਆ? ਪ੍ਰਭੂ ਯਿਸੂ ਕਹਿੰਦੇ ਹਨ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਕਿ ਤੁਸੀਂ ਸਵਰਗਾਂ ਨੂੰ ਖੁੱਲ੍ਹਿਆ ਹੋਇਆ ਅਤੇ ਖੁਦਾ ਦੇ ਫਰਿਸ਼ਤਿਆਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜ੍ਹਦੇ ਉਤਰਦੇ ਵੇਖੋਗੇ। ਹਾਲੇਲੂਇਆ, 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 ਹਾਲੇਲੂਇਆ। ਮਨੁੱਖ ਦੇ ਪੁੱਤਰ ਦੇ ਉੱਤੇ ਚੜ੍ਹਦੇ ਉਤਰਦੇ ਦੇਖੋਗੇ। ਪਿਆਰੇ ਭਰਾਓ ਭੈਣੋ, ਇੱਥੇ ਥੋੜ੍ਹਾ ਜਿਹਾ ਸਾਡੇ ਜਾਣਨ ਵਾਲੀ ਗੱਲ ਹੈ। ਮਨੁੱਖ ਦੇ ਪੁੱਤਰ ਦੇ ਉੱਪਰ ਸਵਰਗਦੂਤਾਂ ਦਾ ਚੜ੍ਹਨਾ ਉਤਰਨਾ ਇੱਕ ਉਸ ਗੱਲ ਨੂੰ ਦਰਸਾਉਂਦਾ ਹੈ। ਉਤਪਤ ਦੇ ਗ੍ਰੰਥ ਵਿੱਚ 28 ਬਾਬ ਦੀ 12 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਕਿ ਯਕੂਬ ਨਬੀ ਨੂੰ ਖੁਦਾ ਨੇ ਦਰਸ਼ਨ ਦਿੱਤੇ। ਯਕੂਬ ਨੂੰ ਖੁਦਾ ਨੇ ਦਰਸ਼ਨ ਦਿੱਤੇ ਅਤੇ ਉਸਨੇ ਦਰਸ਼ਨ ਵਿੱਚ ਕੀ ਦੇਖਿਆ ਕਿ ਇੱਕ ਪੌੜੀ ਧਰਤੀ ਤੋਂ ਆਕਾਸ਼ ਵੱਲ ਜਾ ਰਹੀ ਹੈ ਅਤੇ ਉਸ ਪੌੜੀ ਉੱਤੇ ਸਵਰਗਦੂਤ ਉੱਪਰ ਥੱਲੇ ਚੜ੍ਹ ਰਹੇ ਹਨ, ਆ ਰਹੇ ਹਨ, ਚੜ੍ਹ ਰਹੇ ਹਨ, ਜਿਹਦੇ ਅਨੁਸਾਰ ਖੁਦਾ ਉਸ ਨੂੰ ਪ੍ਰਭੂ ਯਿਸੂ ਦੇ ਦਰਸ਼ਨ ਦੇ ਰਿਹਾ ਸੀ, ਪ੍ਰਭੂ ਯਿਸੂ ਦੇ ਆਉਣ ਵਾਲੇ ਭਵਿੱਖ ਦੇ ਬਾਰੇ ਦਰਸ਼ਨ ਕਰਵਾ ਰਿਹਾ ਸੀ। ਜਾਂ ਉਹਦੀ ਕੁੱਲ ਦੇ ਵਿੱਚੋਂ ਇੱਕ ਅਜਿਹਾ ਮਨੁੱਖ ਪੈਦਾ ਹੋਵੇਗਾ ਜਿਹਦੇ ਰਾਹੀਂ ਮਨੁੱਖ ਖੁਦਾ ਦੇ ਦਰਸ਼ਨ ਕਰੇਗਾ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਪ੍ਰਭੂ ਯਿਸੂ ਕਹਿੰਦਾ ਹੈ ਕਿ ਮੈਂ ਉਹ ਰਾਹ ਹਾਂ, ਮੈਂ ਜੀਵਨ, ਰਾਹ ਅਤੇ ਸੱਚਾਈ ਹਾਂ। ਖੁਦਾ ਪਿਤਾ ਪਰਮੇਸ਼ਰ ਨੂੰ ਪਾਉਣ ਦਾ ਰਾਹ ਹਾਂ। ਜੋ ਰਾਹ ਯਕੂਬ ਨਬੀ ਨੇ ਦੇਖਿਆ ਸੀ ਸੁਪਨੇ ਦੇ ਵਿੱਚ, ਉਹ ਰਾਹ ਅੱਜ ਪ੍ਰਭੂ ਯਿਸੂ ਦੇ ਵਿੱਚ ਨਥਾਨੀਏਲ ਨੂੰ ਪ੍ਰਭੂ ਯਿਸੂ ਕਹਿ ਰਿਹਾ ਕਿ ਤੂੰ ਹੁਣ ਉਹ ਰਾਹ ਪ੍ਰਭੂ ਯਿਸੂ ਦੇ ਵਿੱਚ ਦੇਖੇਂਗਾ ਕਿ ਇਸ ਮਨੁੱਖ ਦੇ ਪੁੱਤਰ ਦੇ ਉੱਪਰ ਸਵਰਗਦੂਤ ਚੜ੍ਹਦੇ ਅਤੇ ਉਤਰਦੇ ਤੂੰ ਦੇਖੇਂਗਾ।
ਤੇ ਪ੍ਰਭੂ ਯਿਸੂ ਦੂਜੇ ਪਾਸੇ ਕਹਿੰਦਾ ਮਨੁੱਖ ਦੇ ਪੁੱਤਰ ਨੂੰ ਕਿਹਾ ਗਿਆ ਹੈ। ਇੱਥੇ ਇੱਕ ਹੋਰ ਸ਼ਬਦ ਵਰਤਿਆ ਗਿਆ ਹੈ, ਮਨੁੱਖ ਦੇ ਪੁੱਤਰ, ਜਿਹਦਾ ਅਰਥ ਸੀ ਕਿ ਚੇਲਿਆਂ ਦੇ ਲਈ ਪ੍ਰਭੂ ਯਿਸੂ ਇੱਕ ਮਨੁੱਖ ਹੈ, ਇਨਸਾਨ ਹੈ। ਲੇਕਿਨ ਪ੍ਰਭੂ ਯਿਸੂ ਇਨਸਾਨ ਨਹੀਂ ਹੈ, ਅਸਲ ਵਿੱਚ ਖੁਦਾ ਦਾ ਬੇਟਾ ਹੈ, ਖੁਦਾ ਹੈ। ਪ੍ਰਭੂ ਯਿਸੂ ਇਨਸਾਨ ਵੀ ਹੈ, ਮਨੁੱਖ ਵੀ ਹੈ, ਤੇ ਉਸੇ ਵਕਤ ਉਸੇ ਸਮੇਂ ਖੁਦਾ ਵੀ ਹੈ। ਪ੍ਰਭੂ ਯਿਸੂ ਨੇ ਆਪਣਾ ਖੁਦਾਈ ਰੂਪ ਇਸ ਮਨੁੱਖੀ ਜਾਮੇ ਦੇ ਪਿੱਛੇ ਲੁਕਾਇਆ ਹੋਇਆ ਹੈ, ਤੇ ਉਸ ਨੂੰ ਦੇਖਣ ਵਾਸਤੇ ਵਿਸ਼ਵਾਸ ਦੀਆਂ ਅੱਖਾਂ ਦੀ ਲੋੜ ਹੈ। ਵਿਸ਼ਵਾਸ ਦੀਆਂ ਅੱਖਾਂ ਜਿਹੜੀਆਂ ਪਰਮੇਸ਼ਰ ਆਪ ਸਾਨੂੰ ਦਿੰਦਾ ਹੈ। ਜਿਸ ਪ੍ਰਕਾਰ ਨਥਾਨੀਏਲ ਨੂੰ ਪ੍ਰਭੂ ਯਿਸੂ ਨੇ ਉਹਦੇ ਮਨ ਵਿੱਚ ਵਿਸ਼ਵਾਸ ਦੀਆਂ ਅੱਖਾਂ ਨੂੰ ਖੋਲ੍ਹਿਆ, ਉਹਦੇ ਮਨ ਵਿੱਚ ਆਪ ਪਹਿਲਾਂ ਵਾਸ ਕੀਤੇ, ਤੇ ਉਹ ਪ੍ਰਭੂ ਯਿਸੂ ਨੂੰ ਖੁਦਾ ਦੇ ਬੇਟੇ ਵਿੱਚ ਦੇਖ ਸਕਦਾ ਸੀ। ਜਿਨ੍ਹਾਂ ਉੱਤੇ ਇਹ ਮਿਹਰ ਹੁੰਦੀ ਹੈ, ਜਿਨ੍ਹਾਂ ਉੱਤੇ ਖੁਦਾ ਦੀ ਇਹ ਮਿਹਰ ਹੁੰਦੀ ਹੈ, ਜੋ ਸੱਚਮੁੱਚ ਪਹਿਲਾਂ ਹੀ ਖੁਦਾ ਦੇ ਰਾਹ 'ਤੇ ਚੱਲਦੇ ਹਨ ਜਾਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ, ਸਟਰਗਲ ਕਰ ਰਹੇ ਹੁੰਦੇ ਨੇ, ਸੰਘਰਸ਼ ਕਰ ਰਹੇ, ਉਹਨਾਂ ਉੱਤੇ ਖੁਦਾ ਦੀ ਮਿਹਰ ਹੋ ਜਾਂਦੀ ਹੈ। ਉਹ ਖੁਦਾ ਦੇ ਚੁਣੇ ਹੋਏ ਲੋਕ ਹੋ ਜਾਂਦੇ ਹਨ। ਖੁਦਾ ਉਹਨਾਂ ਨੂੰ ਆਪਣੇ ਦਰਸ਼ਨ ਦਿੰਦਾ ਹੈ। ਇਹ ਸਬੂਤ ਸਾਨੂੰ ਅੱਜ ਦੇ ਪਵਿੱਤਰ ਅੰਜੀਲ ਦੇ ਵਿੱਚ ਮਿਲਦਾ ਹੈ। ਇਸ ਪ੍ਰਭੂ ਦੇ ਰਸੂਲ ਦੀ ਬੁਲਾਹਟ ਦੇ ਮੌਕੇ 'ਤੇ ਇਹ ਪਰਮੇਸ਼ਰ ਨੇ ਸਾਨੂੰ ਦੱਸਿਆ ਹੈ। ਆਓ ਅਸੀਂ ਪ੍ਰਾਰਥਨਾ ਕਰੀਏ ਕਿ ਪ੍ਰਭੂ ਸਾਡੇ ਦਿਲਾਂ ਨੂੰ ਵੀ ਖੋਲ੍ਹੇ, ਤਾਂ ਕਿ ਅਸੀਂ ਵੀ ਪ੍ਰਭੂ ਦੇ ਦਰਸ਼ਨ ਕਰ ਸਕੀਏ, ਪ੍ਰਭੂ ਯਿਸੂ ਦੇ ਵਿੱਚ ਖੁਦਾ ਦੇ ਬੇਟੇ ਨੂੰ ਦੇ ਸਕੀਏ, ਅਤੇ ਉਸ ਨੂੰ ਆਪਣਾ ਮੁਕਤੀਦਾਤਾ ਮੰਨ ਕੇ ਪੂਰਨ ਵਿਸ਼ਵਾਸ ਨਾਲ ਆਪਣੀ ਮੁਕਤੀ ਵੀ ਸੁਰੱਖਿਅਤ ਕਰ ਸਕੀਏ। ਉਹਦੇ ਚਰਨਾਂ ਵਿੱਚ ਰਹਿ ਕੇ, ਉਹਦੀ ਬਾਣੀ ਉੱਤੇ ਚੱਲ ਕੇ, ਉਹਦੇ ਵਚਨਾਂ ਉੱਤੇ ਚੱਲ ਕੇ, ਅਤੇ ਜੋ ਪ੍ਰਭੂ ਨੇ ਸਾਨੂੰ ਸਿਖਾਇਆ ਉਹ ਦੂਸਰਿਆਂ ਦੇ ਨਾਲ ਅਸੀਂ ਵੀ ਚੇਲਿਆਂ ਦੇ ਵਾਂਗ ਸਾਂਝਾ ਕਰੀਏ। ਖੁਦਾ ਸਾਨੂੰ ਸਭ ਨੂੰ ਬਰਕਤ ਦੇਵੇ। ਯਿਸੂ ਸੂਲੀ ਵਾਲੀ ਸ਼ਾਫੀ ਨਜ਼ਰਾਂ ਤੈਨੂੰ ਚੜਾਵਾਂਗੇ, ਗੀਤ ਤੇਰੇ ਨਾਂ ਦੀ ਸ਼ਾਫੀ ਲੋਕਾਂ ਨੂੰ ਸੁਣਾਵਾਂਗੇ। ਯਿਸੂ ਸੂਲੀ ਵਾਲੀ ਸ਼ਾਫੀ ਨਜ਼ਰਾਂ ਚੜਾਵਾਂਗੇ, ਗੀਤ ਤੇਰੇ ਨਾਂ ਦੇ ਸ਼ਾਫੀ ਲੋਕਾਂ ਨੂੰ ਸੁਣਾਵਾਂਗੇ। ਤੇਰੇ ਵਿੱਚ ਦਰਬਾਰ ਮੈਂ ਆਇਆ, ਦਿਲ ਤੇਰੇ ਵਿੱਚ ਦਰਬਾਰ ਮੈਂ ਆਇਆ, ਦਿਲ ਨਜ਼ਰਾਨਾ ਨਾਲ ਲਿਆਇਆ, ਮੇਰੇ ਤੇ ਕਰ ਰਹਿਮ ਦਾ ਸਾਇਆ, ਦੁੱਖਾਂ ਤੋਂ ਛੁੱਟ ਜਾਵਾਂ ਮੈਂ। ਯਿਸੂ ਸੂਲੀ ਵਾਲੀ ਸ਼ਾਫੀ ਨਜ਼ਰਾਂ ਤੈਨੂੰ ਚੜਾਵਾਂ ਮੈਂ, ਗੀਤ ਤੇਰੇ ਪਛਤਾਵੇ ਭਰੇ ਦਿਲ ਨਾਲ ਤੈਨੂੰ ਕਬੂਲ ਹੋਈ, ਅਤੇ ਸਾਡੀ ਇਹ ਕੁਰਬਾਨੀ ਤੇਰੇ ਨਜ਼ਰਾਂ ਵਿੱਚ ਪ੍ਰਵਾਨਯੋਗ ਹੋਵੇ। ਐ ਪ੍ਰਭੂ ਮੇਰੇ ਦੋਸ਼ ਨੂੰ ਪਿਆਰੇ ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁੱਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਸੰਤ ਬਰਤਲੋਮੇਓ ਦੀ ਈਦ ਮਨਾਏ ਜਾਣ ਦੇ ਮੌਕੇ 'ਤੇ ਸਾਡੀ ਇਸ ਕੁਰਬਾਨੀ ਨੂੰ ਕਬੂਲ ਕਰ, ਬਖਸ਼ ਦੇ ਕਿ ਉਸ ਦੀ ਸਿਫਾਰਿਸ਼ ਨਾਲ ਅਸੀਂ ਤੇਰੀ ਮਿਹਰ ਦੀ ਮਦਦ ਪਾਉਂਦੇ ਰਹੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਆਪਣੀ ਕਲੀਸਿਆ ਨੂੰ ਤੂੰ ਰਸੂਲਾਂ ਦੀ ਬੁਨਿਆਦ ਉੱਤੇ ਕਾਇਮ ਕੀਤਾ,
ਤਾਂ ਜੋ ਹਰ ਸਮੇਂ ਅਤੇ ਹਰ ਸਦੀ ਵਿੱਚ ਉਹ ਤੇਰੀ ਪਵਿੱਤਰਤਾ ਦਾ ਜ਼ਾਹਿਰੀ ਨਿਸ਼ਾਨ ਬਣੀ ਰਹੇ ਅਤੇ ਲੋਕਾਂ ਨੂੰ ਸੱਚਾਈ ਦੀ ਸਿੱਖਿਆ ਦਿੰਦੀ ਰਹੇ ਜੋ ਉਹਨਾਂ ਲਈ ਸਵਰਗ ਵੱਲ ਜਾਣ ਦਾ ਰਾਹ ਹੈ। ਇਸ ਲਈ ਫਰਿਸ਼ਤਿਆਂ ਅਤੇ ਮਹਾਫਰਿਸ਼ਤਿਆਂ ਅਤੇ ਸਾਰੇ ਸੁਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪਰਜਾਈ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜ੍ਹਾਈ ਜਾਵੇ। ਇਸ ਲਈ ਆ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਪੀਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਰੋਟੀ ਤੋੜੀ, ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਾਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਾਓ ਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨਿਯਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਜਦੋਂ ਅਸੀਂ ਇਹ ਰੋਟੀ ਖਾਂਦੇ ਹਾਂ ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹਾਂ, ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਇਸ ਲਈ ਆ ਪ੍ਰਭੂ ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ, ਉਸਦੇ ਜਲਾਲੀ ਜੀ ਉੱਠਣ ਅਤੇ ਸਵਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਹਾਂ, ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜ੍ਹਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜ੍ਹਾਵੇ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਦਿਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਤੇਰੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕੇ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ, ਖਾਸ ਕਰਕੇ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸੰਦ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ, ਤੇਜਸਵੀ ਸ਼ਹੀਦਾਂ, ਸੰਤ ਬਰਥਲੋਮਿਓ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪਾਂ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ, ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ, ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਤੇਰੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਵੀ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਮਸੀਹ ਦੇ ਰਾਹੀਂ, ਜਿਹਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੇ ਹੀ ਹਨ, ਸਦਾ ਤੋਂ ਸਦਾ ਤੀਕ। ਆਮੀਨ।
ਸਾਡੇ ਮੁਕਤੀਦਾਤੇ ਦੇ ਹੁਕਮ ਮੁਤਾਬਕ ਅਤੇ ਉਸ ਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮਨੀਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਸਮੇਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਸਾਰੇ ਆਪਸ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਏ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਏ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਏ ਲੈ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਐ ਪ੍ਰਭੂ ਯਿਸੂ ਮਸੀਹ ਤੇਰੇ ਪਿਆਰ ਤੇ ਦਇਆ ਤੇ ਭਰੋਸਾ ਰੱਖਦੇ ਹੋਏ ਅਸੀਂ ਤੇਰਾ ਬਦਨ ਖਾਂਦੇ ਅਤੇ ਤੇਰਾ ਲਹੂ ਪੀਂਦੇ ਹਾਂ। ਇਹ ਸਾਡੇ ਲਈ ਇਲਜ਼ਾਮ ਅਤੇ ਦੰਡ ਦਾ ਫਤਵਾ ਨਾ ਹੋਵੇ, ਸਗੋਂ ਸਾਡੇ ਤਨ ਮਨ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖੇ। ਦੇਖੋ ਖੁਦਾ ਦਾ ਲੇਲਾ ਨੂੰ ਵੇਖੋ, ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਲੈ ਆਵੇ, ਪਰ ਤੇ ਕੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਮਸੀਹ ਦਾ ਬਦਨ ਕਰੋ, ਉਸ ਨੂੰ ਸਦੀ ਵਿੱਚ ਜੀਵਨ ਤੱਕ ਸੰਭਾਲੀ ਰੱਖੇ। ਆਮੀਨ। ਦੁਆ ਪਾਕ ਸ਼ਰਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਅਮ, ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਨੂੰ ਬਰਕਤ ਦੇ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸੁਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। ਕੀਤਾ ਰਹਿਮ ਪਿਆਰੇ ਯਿਸੂ ਨੇ ਹੋਇਆ ਸਾਡੇ ਤੇ ਮਿਹਰਬਾਨ। ਉਹਦੀ ਰਹਿਮਤ ਤੇ ਮਿਹਰਬਾਨੀ ਦਾ ਮੈਂ ਦਸਤਾ ਖੋਲ ਬਿਆਨ। ਕੀਤਾ ਰਹਿਮ ਪਿਆਰੇ ਯਿਸੂ ਨੇ ਹੋਇਆ ਸਾਡੇ ਤੇ ਮਿਹਰਬਾਨ। ਉਹਦੀ ਰਹਿਮਤ ਤੇ ਮਿਹਰਬਾਨੀ ਦਾ ਮੈਂ ਦਸਤਾ ਖੋਲ ਬਿਆਨ। ਰੋਟੀ ਮੇਰੀ ਸੂਰਤ ਪਾਈ ਲਈ ਉਸ ਚ ਪਾਕ ਖੁਦਾ ਦੀ। ਰੋਟੀ ਮੇਰੀ ਸੂਰਤ ਪਾਈ ਲਈ ਉਸ ਸ਼ਿਫਾ ਖੁਦਾਈ। ਵੱਡਾ ਹੈ ਭੇਦ ਇਲਾਹੀ, ਉਹਦੀ ਰਹਿਮਤ ਦਾ ਏ ਨਿਸ਼ਾਨ। ਵੱਡਾ ਹੈ ਭੇਦ ਇਲਾਹੀ, ਉਹਦੀ ਰਹਿਮਤ ਦਾ ਹੈ ਨਿਸ਼ਾਨ। ਕੀਤਾ ਰਹਿਮ ਪਿਆਰੇ ਯਿਸੂ ਨੇ ਹੋਇਆ ਸਾਡੇ ਤੇ ਮਿਹਰਬਾਨ। ਉਹਦੀ ਰਹਿਮਤ ਤੇ ਮਿਹਰਬਾਨੀ ਦਾ ਮੈਂ ਦਸਤਾ ਖੋਲ ਬਿਆਨ। ਦੁਆ ਪਾਕ ਸ਼ਰਾਕਤ ਲੈਣ ਤੋਂ ਪਿੱਛੋਂ ਐ ਇਲਾਹੀ ਯਿਸੂ, ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ।
ਐ ਮਿਹਰਬਾਨ ਯਿਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ। ਮੈਂ ਕੱਖ ਅਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ। ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗੀ। ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਆ ਪ੍ਰਭੂ, ਸੰਤ ਰਸੂਲ ਸੰਤ ਬਰਥਲੋਮੀਓ ਦੀ ਈਦ ਮਨਾਉਂਦੇ ਹੋਏ ਅਸੀਂ ਤੇਰੇ ਅਲਤਾਰ ਤੋਂ ਸਦੀਵੀ ਨਿਜਾਤ ਦੇ ਵਾਅਦੇ ਨੂੰ ਹਾਸਲ ਕਰਦੇ ਹਾਂ। ਬਖਸ਼ ਦੇ ਕਿ ਇਹ ਸਾਡੀ ਮੌਜੂਦਾ ਜ਼ਿੰਦਗੀ ਵਿੱਚ ਸਾਡੀ ਮਦਦ ਕਰੇ ਅਤੇ ਆਉਣ ਵਾਲੀ ਜ਼ਿੰਦਗੀ ਦੇ ਲਈ ਸਾਨੂੰ ਕਾਇਮ ਰੱਖੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਬ ਸ਼ਕਤੀਮਾਨ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਕਈ ਕਦੀ ਨਹੀਂ ਸੁਣਿਆ ਗਿਆ ਕੋਈ ਵੀ ਤੇਰੀ ਬਣਾ ਲੰਦਿਆ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰਿਆਂ ਦੀ ਅਤੇ ਮੇਰੀ ਮਾਂ, ਮੈਂ ਤਸੱਲੀ ਨਾਲ ਤੇਰੇ ਕੋਲ ਨਸਾਂ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੀ ਹੋਈ ਕਲਾਮ ਦੀ ਮਾਂ, ਮੇਰੀ ਅਰਜ਼ਾਂ ਨੂੰ ਅਖੀਰ ਨਾਲ ਨਾ ਜਾਣ, ਸਗੋਂ ਮਿਹਰਬਾਨ ਨਾਲ ਸੁਣ ਅਤੇ ਕਬੂਲ ਕਰੀ। ਆਮੀਨ। ਲਈਏ ਯਿਸੂ ਦਾ ਨਾਮ, ਲਈਏ ਮਰੀਮ ਦਾ ਨਾਮ, ਸੁਬਹ ਸ਼ਾਮ ਰੀਸਈਓ, ਸੁਬਹ ਸ਼ਾਮ ਰੀਸਈਓ। ਲਈਏ ਯਿਸੂ ਦਾ ਨਾਮ, ਲਈਏ ਮਰੀਮ ਦਾ ਨਾਮ, ਸੁਬਹ ਸ਼ਾਮ ਨੀਸਈਓ, ਸੁਬਹ ਸ਼ਾਮ ਨੀਸਈਓ। ਮਾਂ ਮਰੀਮ ਬੇਦਾਗ ਗੁਨਾਹ ਤੋਂ ਹਰਦਮ ਰਹੀ ਕੁਆਰੀ। ਮਾਂ ਮਰੀਅਮ ਬੇਦਾਗ ਗੁਨਾਹ ਤੋਂ ਹਰਦਮ ਰਹੀ ਕਵਾਰੀ। ਦਰਜਾ ਮਿਲਿਆ ਪਾਕ ਜਨਾਬ ਮਾਂ ਖੁਦਾ ਦੀ ਪਿਆਰੀ। ਦਰਜਾ ਮਿਲਿਆ ਪਾਕ ਜਨਾਬ ਮਾਂ ਖੁਦਾ ਦੀ ਪਿਆਰੀ। ਦਿਲ ਦੀ ਗਵਾਹੀ, ਗਵਾਹੀ, ਦੀ ਗਵਾਹੀ,